ਜਿਹੜਾ ਵੀ ਜੀਵ ਨਜ਼ਰ ਆ ਰਿਹਾ ਰੋਗ ਹੈ। ਇੱਥੇ ਤੱਕ ਬੰਦੇ ਹੀ ਰੋਗੀ ਨਹੀਂ, ਪਸ਼ੂ ਪੰਖੀ ਵੀ ਰੋਗੀ। ਬੰਦੇ ਨੂੰ ਹਉਮੈ ਦਾ ਰੋਗ ਦੇ ਦਿੱਤਾ। ਮੱਛੀ ਹੰਕਾਰੀ ਤੇ ਨਹੀਂ, ਪਰ ਮੱਛੀ ਨੂੰ ਜ਼ੁਬਾਨ ਦਾ ਚਸਕਾ ਦੇ ਦਿੱਤਾ, ਉਸ ਨੂੰ ਵੀ ਰੋਗ ਹੈ। ਭਵਰੇ ਨੂੰ ਜ਼ੁਬਾਨ ਦਾ ਚਸਕਾ ਤੇ ਕੋਈ ਨਹੀਂ, ਪਰ ਭਵਰੇ ਨੂੰ ਸੁੰਘਣ ਦਾ ਚਸਕਾ ਲੱਗ ਗਿਆ, ਸੁੰਘਦਾ ਹੈ ਔਰ ਫੁੱਲ ਉੱਤੇ ਬੈਠ ਜਾਂਦਾ ਹੈ। ਸ਼ਾਮ ਤੱਕ ਫੁੱਲ ਖਿੜਿਆ ਰਹਿੰਦਾ, ਭਵਰਾ ਨਹੀਂ ਉੱਠਦਾ। ਸ਼ਾਮ ਤੋਂ ਬਾਅਦ ਫੁੱਲ ਬੰਦ ਹੋ ਗਏ ਆ ਔਰ ਭਵਰਾ ਵਿੱਚ ਹੀ ਸੰਪਟ ਹੋ ਕੇ ਮਰ ਗਿਆ। ਇਸ ਨੂੰ ਸੁੰਘਣ ਦਾ ਰੋਗ ਹੈ। ਹਾਥੀ ਨੂੰ ਸਪਰਸ਼ ਦਾ ਰੋਗ ਹੈ। ਪਤੰਗੇ ਨੂੰ ਦੇਖਣ ਦਾ ਰੋਗ ਹੈ। ਦੀਵੇ ਨੂੰ ਵੇਖਦਾ, ਦੀਵੇ ਵੱਲ ਜਾਂਦਾ ਔਰ ਸੜ ਕੇ ਮਰ ਜਾਂਦਾ। ਮਨੁੱਖ ਨੂੰ ਰੋਗ ਹੈ ਹਉਮੈ ਦਾ, ਹੰਕਾਰ ਦਾ। ਹੰਕਾਰ ਦਾ ਰੋਗ ਕਿਵੇਂ ਮਿਟੇ? ਆਪਨੇ ਯਾਦ ਰੱਖਣਾ, ਜਿਸ ਮਨ ਵਿੱਚ ਹੰਕਾਰ ਹੈ ਉੱਥੇ ਕਰਤਾਰ ਦਾ ਵਾਸਾ ਨਹੀਂ ਹੋ ਸਕਦਾ, ਤੇ ਜਿੱਥੇ ਕਰਤਾਰ ਹੈ ਉੱਥੇ ਹੰਕਾਰ ਨਹੀਂ ਹੋ ਸਕਦਾ। ਦੋਵੇਂ ਇਕੱਠੇ ਕਦੀ ਨਹੀਂ ਰਹਿਣਗੇ। ਮੈਂ ਕਬੀਰ ਸਾਹਿਬ ਜੀ ਦਾ ਇੱਕ ਸਲੋਕ ਆਪ ਦੀ ਦ੍ਰਿਸ਼ਟੀ ਗੋਚਰਾ ਕਰਾਂ, ਸਰਵਣ ਕਰੋ, ਫਿਰ ਸੁਰਤ ਦੀ ਦ੍ਰਿਸ਼ਟੀ ਨਾਲ ਉਸ ਨੂੰ ਵੇਖਣਾ। ਮੈਂ ਕਹਿਣਾ ਗੱਲਾਂ ਸੁਣ ਕੇ ਐਸਾ ਨਹੀਂ ਵੇਖਣਾ ਘਟਨਾ ਬਾਹਰ ਘਟੀਆਂ। ਧਾਰਮਿਕ ਬੰਦੇ ਵਾਸਤੇ ਜਿੰਨੀਆਂ ਸਾਖੀਆਂ ਨੇ, ਮੈਂ ਸਮਝਦਾ ਗੁਜ਼ਰ ਚੁੱਕੇ ਅਤੀਤ ਦੀ ਘਟਨਾ ਨਹੀਂ, ਬਲਕਿ ਭਵਿੱਖ ਦੀ ਘਟਨਾ ਹੈ, ਆਉਣ ਵਾਲੇ ਦੀ ਘਟਨਾ ਹੈ। ਐਸਾ ਨਾ ਸਮਝੋ ਕਬੀਰ ਸਾਹਿਬ ਮੁੱਕ ਗਏ, ਨਹੀਂ ਸਮਝੋ ਕਬੀਰ ਸਾਹਿਬ ਮੇਰੇ ਲਈ ਅਜੇ ਹੋਣੇ ਨੇ। ਇਹ ਸਿੱਖਿਆ ਜਿਹੜੀ ਹੈ ਇਹ ਕਬੀਰ ਹੈ ਤੇ ਮੇਰਾ ਕੁਛ ਇਸਨੇ ਸਵਾਰਨਾ। ਕਹਿੰਦੇ ਨੇ ਪ੍ਰਮਾਤਮਾ ਤੇਰਾ ਘਰ ਤੇ ਬਹੁਤ ਵੱਡਾ ਪਰ ਦਰਵਾਜ਼ਾ ਬਹੁਤ ਛੋਟਾ। ਆਖੋ ਸਤਿਨਾਮ। ਉਹ ਕਹਿੰਦੇ ਨੇ ਰੱਬ ਦਾ ਦਰਵਾਜ਼ਾ ਬਿਲਕੁਲ ਛੋਟਾ। ਕਿੰਨਾ ਛੋਟਾ? ਰਾਈ ਤੋਂ 10ਵਾਂ ਹਿੱਸਾ। ਵੇਖਿਆ ਸਰੋਂ ਦਾ ਦਾਣਾ, ਉਸ ਤੋਂ 10ਵਾਂ ਹਿੱਸਾ। ਕਬੀਰ ਮੁਕਤ ਦਵਾਰਾ ਸੰਕੜਾ, ਰਾਈ 10ਵੇਂ ਭਾਏ। ਮਨ ਤੋਂ ਮੈਗਲ ਹੋਏ ਰਹਾ, ਨਿਕਸੋ ਕਿਉਂ ਕਰ ਜਾਏ। ਨਾਲ ਕਹਿੰਦੇ ਨੇ ਕਬੀਰ ਐਸਾ ਸਤਿਗੁਰ ਜੇ ਮਿਲੈ, ਤੁਠਾ ਕਰੇ ਪਸਾਓ। ਮੁਕਤ ਦਵਾਰਾ ਮੋਕਲਾ ਸਹਿਜੇ ਆਵੋ ਜਾਓ। ਪਰ ਇੱਕ ਰਾਜ਼ ਗੁਪਤ ਰਹਿ ਗਿਆ। ਇਸ਼ਾਰਾ ਤੇ ਕਰ ਗਏ, ਪਰ ਹਰ ਬੰਦਾ ਇਸ ਇਸ਼ਾਰੇ ਨੂੰ ਨਹੀਂ ਸਮਝ ਸਕੇਗਾ। ਸਲੋਕਾਂ ਦੇ ਵਿੱਚ ਹੀ ਸਲੋਕ ਅੱਗੇ ਆ ਗਿਆ ਧੰਨ ਗੁਰੂ ਅਮਰਦਾਸ ਜੀ ਦਾ, ਲਿਖਿਆ ਮਹਿਲਾ 3। ਨਾਨਕ ਮੁਕਤ ਦਵਾਰਾ ਅਤ ਨੀਕਾ, ਨਾਨਾ ਹੋਏ ਸੋ ਜਾਏ। ਸਾਹਿਬ ਕਹਿੰਦੇ ਨੇ ਮੁਕਤੀ ਦਾ ਦਵਾਰਾ ਤੇ ਬਹੁਤ ਹੀ ਨਿੱਕਾ ਹੋਇਆ। ਫਿਰ ਜਿਹੜਾ ਇਸ ਤੋਂ ਛੋਟਾ ਬਣ ਜਾਏ ਉਹ ਲੰਘ ਜਾਏਗਾ। ਇੱਕ ਜੁਗਤੀ ਸਿੱਖਣੀ ਹੈ ਕਿ ਮੈਂ ਰਾਈ ਤੋਂ 20ਵਾਂ ਹਿੱਸਾ ਕਿਵੇਂ ਬਣ ਜਾਵਾਂ ਤਾਂ ਕਿ ਇੱਥੋਂ ਗੁਜ਼ਰ ਜਾਵਾਂ। ਮਨ ਤੋਂ ਮੈਗਲ ਹੋਏ ਰਹਾ, ਨਿਕਸੋ ਕਿਉਂ ਕਰ ਜਾਏ। ਕਬੀਰ ਸਾਹਿਬ ਨੇ ਕਿਹਾ, ਗੁਰਦੇਵ ਕਹਿੰਦੇ ਨੇ ਹਉਮੈ ਮਨ ਅਸਥੂਲ ਹੈ, ਕਿਉਂ ਕਰ ਵਿਚਦੈ ਜਾਏ। ਹਉਮੈ ਕਰਕੇ ਮਨ ਹਾਥੀ ਬਣੇ। ਸੁਕਰਾਤ ਦਾ ਨਾਮ ਆਪਨੇ ਸੁਣਿਆ, ਯੂਨਾਨ ਦਾ ਬੜਾ ਪ੍ਰਸਿੱਧ ਫਲਸਫਰ ਹੋਏ। ਇੱਕ ਵਾਰ ਬਹੁਤ ਵੱਡਾ ਧਨਪਤ ਇੱਕ ਇਹਦੇ ਘਰ ਗਿਆ ਤੇ ਧਨਪਤ ਬੰਦਾ ਧਾਰਮਿਕ ਸਥਾਨ ਤੇ ਵੀ ਜਾਵੇ ਤੇ ਚਾਲ ਢਾਲ ਉਹਦੀ ਆਪਣੀ ਹੁੰਦੀ, ਨਿਮਰਤਾ ਨਾਲ ਤੇ ਜਾਂਦਾ ਨਹੀਂ। ਜੇਕਰ ਉਹ ਬੈਠ ਵੀ ਗਿਆ ਉਹਦਾ ਬੈਠਣਾ ਦੂਸਰਿਆਂ ਨਾਲੋਂ ਨਿਰਾਲਾ, ਕਿਉਂਕਿ ਧਨ ਦੀ ਗੱਲ ਨਾਲ ਹੀ ਲੈ ਆਇਆ, ਬਾਹਰ ਛੱਡ ਕੇ ਨਹੀਂ ਆਇਆ। ਗਿਆ, ਇਹ ਖੋਜੀ ਬੰਦਾ ਸੀ, ਆਪਣੀ ਖੋਜ ਵਿੱਚ ਮਸਰੂਫ ਸੀ, ਧਿਆਨ ਨਾ ਦਿੱਤਾ। ਇਹਨੇ ਧਿਆਨ ਦਵਾਇਆ, ਕਹਿਣ ਲੱਗਾ ਸੁਕਰਾਤ ਜਾਣਨਾ ਮੈਂ ਕੌਣ। ਬੰਦੇ ਨੂੰ ਇਹ ਬੜੀ ਬਿਮਾਰੀ ਹੈ ਹਉਮੈ ਦੀ। ਛੋਟੀ ਜੀ ਗੱਲ ਹੋਵੇ ਉਸੇ ਵੇਲੇ ਕਹਿੰਦਾ ਪਤਾ ਹੈ ਮੈਂ ਕੌਣ। ਹੁਣ ਕੌਣ ਇਹਨੂੰ ਸਮਝਾਵੇ ਕੌਣ ਹੈ? ਤੈਨੂੰ ਆਪ ਨੂੰ ਪਤਾ ਹੈ ਤੂੰ ਕੌਣ ਹੈ? ਕੋਈ ਪਤਾ ਨਹੀਂ। ਮੈਂ ਕਿੱਧਰੋਂ ਆਇਆ, ਕਿੱਧਰ ਜਾਣਾ, ਮੈਂ ਕੀ ਹਾਂ, ਕੋਈ ਪਤਾ ਨਹੀਂ। ਦੂਸਰੇ ਨੂੰ ਆਖੇਗਾ ਮੈਂ ਕੌਣ ਹਾਂ। ਕਹਿਣ ਲੱਗਾ ਪਤਾ ਹੈ ਮੈਂ ਕੌਣ ਹਾਂ, ਸਭ ਤੋਂ ਵੱਡਾ ਧਨਪਤ ਮੈਂ ਆ, ਵੱਡਾ ਬੰਦਾ। ਬੜਾ ਸਿਆਣਾ ਹੈ, ਸੱਜਣ ਸੀ। ਕਹਿਣ ਲੱਗਾ ਮਹਾਰਾਜ ਕੁਰਸੀ ਲਓ ਤੇ ਬੈਠ ਜਾਓ। ਕਹਿਣ ਲੱਗਾ ਇਹ ਮੇਰੀ ਬੇਇੱਜ਼ਤੀ ਕਰ ਰਹੀ। ਕੀ ਕਿਹਾ? ਕੁਰਸੀ ਲਓ ਤੇ ਬੈਠ ਜਾਓ। ਕਹਿਣ ਲੱਗਾ ਇੱਕ ਤੇ ਨਹੀਂ ਬਹਿ ਸਕਦੇ, ਦੋਵਾਂ ਤੇ ਬਹਿ ਜਾਓ। ਆਖੋ ਸਤਿਨਾਮ। 2 ਲੈ ਲਓ। ਹੁਣ ਤੇ ਹੱਦ ਹੋ ਗਈ ਹੈ। ਬੜਾ ਨਾਰਾਜ਼ ਹੋਇਆ।
ਲੇਕਿਨ ਇੱਕ ਚੋਟ ਲੱਗੀ ਜੋ ਹਉਮੈ ਨੂੰ ਤੋੜ ਗਈ। ਕਿੱਡਾ ਵੱਡਾ ਹੋਵਾਂ, ਕੁਰਸੀਆਂ ਦੋਵਾਂ ਤੇ ਨਹੀਂ ਬਹਿ ਜਾਣਾ, ਕੁਰਸੀ ਤੇ ਇੱਕ ਹੀ ਚਾਹੀਦੀ। ਮਨੁੱਖ ਦਾ ਅਭਿਮਾਨ ਬਹੁਤ ਵੱਡਾ ਹੈ। ਛੇਤੀ ਨਾਲ ਸੁਕਰਾਤ ਇੱਕ ਨਕਸ਼ਾ ਕੱਢ ਲਿਆ ਹੈ ਦੁਨੀਆ ਦਾ। ਕਹਿਣ ਲੱਗੇ ਵੇਖ ਇਹ ਦੁਨੀਆ ਦਾ ਨਕਸ਼ਾ ਹੈ, ਅਥੇਨਸ ਇੱਥੇ ਕਿੱਥੇ ਕਾ ਲੱਭ ਲੈ। ਉਹ ਤੇ ਇੱਕ ਬਿੰਦੂ ਵਾਂਗੂ ਸੀ, ਇਹਦੇ ਵਿੱਚੋਂ ਲੱਭ ਤੇਰੀ ਕੋਠੀ ਕਿੱਥੇ ਹੈ ਤੇ ਤੂੰ ਇਸ ਵਿੱਚ ਕਿੱਥੇ ਹੈ। ਕਹਿਣ ਲੱਗਾ ਮੈਂ ਤੇ ਇਹਦੇ ਚ ਲੱਭਦਾ ਹੀ ਨਹੀਂ। ਕਹਿਣ ਲੱਗਾ ਫਿਰ ਇਹ ਨਕਸ਼ਾ ਤੈਨੂੰ ਹੀ ਭੇਟ ਕੀਤਾ, ਲੈ ਜਾ। ਜਦੋਂ ਧਿਆਨ ਆਵੇ ਮੈਂ ਵੀ ਹਾਂ, ਮੈਂ ਵੱਡਾ ਬੰਦਾ, ਨਕਸ਼ਾ ਕੱਢਣਾ ਤੇ ਕੱਢ ਕੇ ਵੇਖ ਲੈਣਾ। ਮੈਂ ਅਰਜ਼ ਕਰਾਂ ਗੁਰਦੇਵ ਨੇ ਤੁਹਾਨੂੰ ਵੀ ਇੱਕ ਨਕਸ਼ਾ ਦਿੱਤਾ, ਉਹ ਪਤਾ ਕਿਹੜਾ? ਜਦੋਂ ਇਹ ਧਿਆਨ ਆਵੇ ਕਿ ਮੈਂ ਹਾਂ, ਉਹਨਾਂ ਕਿਹਾ ਸ਼ਬਦ ਪੜ੍ਹਨਾ ਆਪੇ ਅਭਿਮਾਨ ਮੁੱਕ ਜਾਏਗਾ, ਸੰਗਤ ਵਿੱਚ ਆਉਣਾ ਹੰਕਾਰ ਮੁੱਕ ਜਾਏਗਾ। ਅਭਿਮਾਨ ਆਵੇ ਮੈਂ ਕੀ ਹਾਂ, ਸਿੱਖ ਉਸ ਵੇਲੇ ਪੜ੍ਹੇ ਜੇ ਕੋ ਨਾਉ ਤਰਾਏ ਵੱਡਾ, ਸਾਧ ਕਰੇ ਮਨ ਭਾਣੇ। ਖਸਮੇ ਨਦਰੀ ਕੀੜਾ ਆਵੇ, ਜੇਤੇ ਚੁੱਗੇ ਦਾਣੇ। ਅਭਿਮਾਨ ਕਿਉਂ ਨਾ ਟੁੱਟੇਗਾ ਜੇ ਅੰਮ੍ਰਿਤ ਵੇਲੇ ਸਿੱਖ ਉੱਠ ਕੇ ਪੜ੍ਹੇ। ਮਾਤੇ ਮਤੰਗ ਜ਼ਰੇ ਜ਼ਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ। कोट तो रंग को रंग से कूदत, पाउन के गौण को जात निवारे। पारी पुजान के पूप भली बिद, न्यावत शीस न जात विचारे। एते भय तो कहाँ भय भूपत, अंत को नांगे ही पाए पधारे। जदों ये शब्द पढ़ेगा अभिमान टुटेगा। अभिमान है कि मैं है कि है, खोजन वास्ते निकलो ये मैं किते लभेगी। पर ਜਿਹੜਾ ਖੋਜ ਵਾਸਤੇ ਨਾ ਨਿਕਲੇਗਾ ਮੈਂ ਉਸ ਦੇ ਸਿਰ ਤੇ ਸਵਾਰ ਹੋ ਜਾਏਗੀ। ਮੈਂ ਮੇਰੀ ਦੇ ਆਸਰੇ ਟਿਕੀ। ਜਿਵੇਂ ਹਰ ਚੀਜ਼ ਨੂੰ ਸਹਾਰੇ ਦੀ ਲੋੜ ਹੈ, ਸਹਾਰੇ ਬਗੈਰ ਇੱਥੇ ਕੁਛ ਨਹੀਂ। ਮੈਂ ਦੀ ਟੇਕ ਕੀ ਹੈ, ਮੇਰਾ ਕਿੰਨਾ। ਇੱਕ ਵਿਦਵਾਨ ਨੂੰ ਜੇ ਗੁਮਾਨ ਹੋਵੇ ਉਹ ਮੈਂ ਕਿੱਥੇ ਟਿਕੀ ਹੈ ਕਿ ਮੈਨੂੰ ਗਿਆਨ ਕਿੰਨਾ, ਮੈਂ ਪੜ੍ਹਿਆ ਕਿੰਨਾ, ਕਿੰਨੀਆਂ ਕਿਤਾਬਾਂ ਪੜ੍ਹੀਆਂ, ਇਹ ਗੁਮਾਨ ਹੈ। मैं दा आसरा ही किन्ना है, कितना है मेरे पास। धनवान दा गुमान किथे टिकया कि धन किन्ना है, ये गिनती है। दिन रात अहंकार टिकया होए। संसार दा हंकार है कि मेरा है, इस तो वड्डा झूठ होर कोई नहीं, इस तो मिथ्या गल होर कोई नहीं कि संसार मेरा है। जिन्ना चिर मैं कहा संसार मेरा, मन हाथी बनिया रहेगा, प्रभु की हजूरी च प्रवेश नहीं हो सकता। धन गुरु अमरदास जी कहते ने हौमे मन अस्थूल है, क्यों कर विच दे जाए। छोटी जी एक कथा याद आई। कहते ने एक वार एक धार्मिक स्थान ते एक यात्री गया, बड़े उच्चे थां ये मंदिर से। अंदर जान लगा, पुजारी ने रोक दिता। कहन लगा समान बाहर रख के आ। कहने लगा जी समान तो कोई भी नहीं, एक छतरी सी बाहर रख आया, जोड़ा उतार आया, हुण समान मेरे पास कोई नहीं, हुण ते मैं ही हाँ। बड़ा सियाना सी वो महापुरुष। कहने लगा छतरी बेशक ले आ, मैं अपनी बाहर रखिया, तू मैं अंदर लई आउना जो बहुत पलीत है ते हकीकत है। धार्मिक स्थानां ते घूम फिर के वेखे है, दिन रात काम ही है जाके संगतां नूं गुरशबद दा विचार सुनाउणा। मैं अक्सर वेखिया बंदा जोड़ा ते बाहर ला आउंदा है पर हौमे अंदर ले आउंदा है। आखो सतनाम। बंदे जोड़ा उन्ना पलीत नहीं जिन्नी हौमे पलीत है। ये बाकी समान ते बाहर रख आउंदा है पर हंकार बाहर नहीं रखदा। हंकार बाहर रखिया जावे, गुरुद्वारियां विच कदी झगड़े किते नजर ना आउण। हंकार बाहर रखिया जावे, मेरा ख्याल है बंदे दी आउंदे दी समाधि लग जाए, नंकार नाल जुड़ जाए। जद तक अहंकार नहीं मुकदा, करतार नाल मेल किवें होवे। कवि रहीम ने बड़ी एक गजब दी गल कही। कहंदे ने बड़ी सौड़ी गली, जे तू खड़ा होवे ते परमात्मा नहीं हो सकेगा, जे परमात्मा होवे ते तू नहीं हो सकेगा। रहमन गलीयत सांकरी, दोनों न ठहराए। हर बसे तो आप न, आप बसे तो हर ना है। भगत रविदास साहब बड़ा सुंदर फरमान कर दे, जब हम होते
तब तू नाही अब तू ही मैं नाही। हे परमात्मा जदों असी हुंदे सां तू नहीं सा हुंदा। हंकारी बंदा किथे मनदा रब है? हंकारी बंदा ते रब नूं कुछ भी नहीं मनदा। फिरौन बारे मैं पढ़ रहा सां, एक वजीर अपने नूं कहंदा मैं परमात्मा नूं मारना चाहना, खुदा नूं मारना, खुदा नाल लड़ना चाहना, दस किवें लड़ा। वजीर सियाणा सी, कहन लगा मूर्खां नाल वाह पै गए आ। ते जदों मूर्ख राजा होवे, जिस वजीर ने 4 सवास लैणे ने, राजा दिन नूं रात आखे तो कहंदा जी रात है, जे ना आखेगा मौत दे घाट उतार दिता जाएगा। हाथ जोड़ के कहन लगा महाराज जरूर लड़ो, ते उम्मीद है तुसी जितोगे, हाथी ते चढ़ के लड़ो। कहन लगा फिर ते खुदा दी रब दी कोई कदर कीमत बन गई, वो ते कुछ भी नहीं मेरे अगे, कोई छोटी सवारी दस। कहन लगा घोड़े ते चढ़ के लड़ो। कहन लगा फिर ते रब दी कीमत बन गई। वजीर बेचारा की करे, कहन लगा जी गधे ते चढ़ के लड़ो। कहन लगा ये गल ठीक है। गधे ते चढ़ गया ते 7 दिन आकाश वाली तीर चलाउंदा रहे। 7वें दिन ऐलान कर दिता, कहन लगा खुदा मर गए, रब दा अज तो बाद कोई ना ना लवे। फिरौन मर गया पर परमात्मा ते सदा सलामत है, उसने ते सदा रहना है। मैं अर्ज कर रहा सा हंकारी बंदा है, मनन लई तैयार नहीं रब है, जे है ते दूजे नंबर ते। मैं जदों हुंदा सा तू नहीं सा, जब हम होते तब तू नाही, अब तू ही मैं नाही। हुण तू है ते मैं नहीं। जिस हिरदे विच परमात्मा दा निवास हो जाएगा, तू दी आवाज आएगी, मैं दी आवाज मुक जाएगी। साडे अंदर एक धुन चल रही है, उस धुन नूं पहचानना। और खिमा करना, मैं ऐसे बंदे भी वेखे ने मूँह तो तू करी जा रहे ने, हिरदे विच मैं भरी होई। मूँह दी आखी गल कोई एडी कदर कीमत नहीं रखदी, जद तक मनुख दे अंदर तू दी धुन नहीं चलदी, सब कुछ तेरा। मूँह तो आखना कोई कदर कीमत नहीं रखदा। साहब जी कहंदे ने जो जिए होए सो उगवै, मुँह का कहया वाओ, मूँह दा आखिया ते विरथ है। ये ते हवा वांगू है, बिल्कुल व्यर्थ। बीजै बिख मंगै अमृत, वेखो ए न्याओ। अंदर जो धुन चल रही है वो भाव आ जाए कि सब कुछ तेरा है, मैं नहीं कुछ भी, तू ही तू है। जब हम होते तब तू नाही, अब तू ही मैं नाही। अनल अगम जैसे लहर मैं ओदद, जल केवल जल माही। एक बड़ी कीमती गल वल ध्यान देना। लहरां होण सागर तां भी है, लहरां ना रहण सागर तां भी है। लहरां तो बिना सागर हो सकता है, पर सागर तो बिना कोई लहर नहीं हो सकती। जिस दिन साडे चो कोई भी ना रहेगा, परमात्मा तां भी रहेगा। असी हाँ परमात्मा तां भी है, ना होवांगे परमात्मा तां भी है। सुखमनी साहब दे विच किन्ना सुंदर जिक्र कीता है। साहबां कहंदे ने जब आकार ए कश ना दृष्टेता, ये आकार जदों नजर नहीं सी आउंदा, कोई जीव इत्थे नहीं सी। जब आकार ए कश ना दृष्टेता, पाप पुण्य तब कहते होता। जब धारी आपन सुन समात, तब बैर बरोध किस संग कमात। जब इसका वर्ण चिन्ह न जापत, तब हर्ष सोग कहो किसे व्यापत। जब आपने आप पार ब्रह्म, तब मोह कहाँ किस होवत भरम। आपन खेल आप वर्तीजा, नानक करने हार ना दूजा। परमात्मा ते है, जीव की ने उसका खेल। खेल हंकार करे, खेल नूं ये गुमान होवे। मैं सुनिया एक मक्खी एक रथ दे व्हील ते बह गई। बाकी दियां मक्खियां ने आख्या आ जा, कहन लगी नहीं, ये ते रथ मैं चला रही हूं। मैं उठ गई ते रथ किवें चलेगा? वेखो धूड़ तो मार रही। कौन समझावे कि रथ दे उत्ते तू बैठी हुई है, तू चल रही है। ये बंदा मक्खी तो ज्यादा नहीं, पर ये भी धूड़ा तो मारे है। ये रथ है उस परमात्मा दा, ये चक्के उसके रथ दे ने, तू नाल चल रहे हैं, चला रहे है कोई होर। पर गुमान है मैं चल रहा,
ਇੱਕ ਵਿਚਾਰ ਵੱਲ ਧਿਆਨ ਦੇਣ। ਬੜਾ ਗੁਮਾਨ ਹੈ ਮਨੁੱਖ ਨੂੰ ਕਿ ਮੈਂ ਸਵਾਸ ਲੈ ਰਿਹਾ, ਆਖਰ ਵੱਡੀ ਹਉਮੈ ਤੇ ਸਵਾਸਾਂ ਤੇ ਖਲੋਤੀ ਹੈ ਨਾ। ਸਵਾਸ ਨਾ ਰਹਿ ਗਿਆ ਤੇ ਬੰਦੇ ਦਾ ਹੈ ਮਗਰ ਕੀ। ਜੇ ਤੇ ਸਵਾਸ ਮੈਂ ਲੈ ਰਿਹਾ ਤੇ ਫਿਰ ਤੇ ਮੌਤ ਨੂੰ ਵੀ ਵਾਪਸ ਜਾਣਾ ਪਏਗਾ, ਕਿਉਂਕਿ ਮੈਂ ਸਵਾਸ ਬੰਦ ਹੀ ਨਾ ਕਰਾਂਗਾ, ਲਈ ਜਾਵਾਂਗਾ। ਉਸ ਦਿਨ ਪਤਾ ਲੱਗਦਾ ਹੈ ਕਿ ਸਵਾਸ ਕਿਸੇ ਦੇ ਭੇਜੇ ਆ ਰਹੇ ਸਨ, ਮੇਰੇ ਕੋਈ ਨਹੀਂ। ਕੋਈ ਦਾਤਾ ਸੀ ਸਵਾਸਾਂ ਦਾ, ਗਿਣਤੀ ਦੇ ਸਨ ਮੁੱਕ ਗਏ। ਪਰਮਾਤਮਾ ਦੀ ਬਖਸ਼ੀ ਦਾਤ ਨੂੰ ਮਨੁੱਖ ਆਪਣੀ ਕਹਿੰਦਾ, ਮਨ ਹਾਥੀ ਬਣ ਜਾਂਦਾ। ਗੁਰੂ ਅਮਰਦਾਸ ਕਹਿੰਦੇ ਨੇ, ਹਾਂ ਸਤਿਗੁਰ ਮਿਲੇ ਆਪਣੇ, ਜੋਤ ਰਹੀ ਸਭ ਆਏ। ਇਹ ਜੀਓ ਸਦਾ ਮੁਕਤ ਹੈ, ਸ਼ਬਦੇ ਰਹਾ ਸਮਾਏ। ਗੁਰੂ ਸ਼ਬਦ ਨੇ ਸਾਡਾ ਨਿਸਤਾਰਾ ਕਰਨਾ। ਆਓ ਬਾਣੀ ਦੇ ਹਵਾਲਿਆਂ ਤੋਂ ਬਾਅਦ ਕੁਛ ਇਤਿਹਾਸਕ ਹਵਾਲੇ ਆਪ ਜੀ ਦੇ ਸਾਹਮਣੇ ਮੈਂ ਰੱਖਾਂ, ਤਾਂ ਕਿ ਪਤਾ ਲੱਗੇ ਗੁਰਦੇਵ ਪਾਤਸ਼ਾਹ ਜੀ ਨੇ ਕਿਸ ਢੰਗ ਨਾਲ ਗੁਰਮੁਖ ਜਨਾਂ ਨੂੰ ਮਾਰਗ ਵਿਖਾਇਆ ਤੇ ਹਉਮੈ ਤੋੜੀ। ਸਿੱਖ ਇਤਿਹਾਸ ਵਿੱਚ ਇੱਕ ਥਾਂ ਬੜੀ ਸੁੰਦਰ ਇੱਕ ਸਾਖੀ ਆਉਂਦੀ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਪਟਨੇ ਗਏ। ਪਟਨਾ ਉਹ ਪਾਵਨ ਸ਼ਹਿਰ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ। ਐਸਾ ਕਹਿੰਦਾ, ਕਾਲੇ ਕਾਂ ਆਏ, ਇਸ਼ਨਾਨ ਕੀਤਾ ਤੇ ਚਿੱਟੇ ਹੰਸ ਹੋ ਕੇ ਗਏ। ਪਰ ਇਹ ਚਿੱਟੀਆਂ ਸਫੇਦ ਸਿਲਾਂ ਆਈਆਂ ਤੇ ਅਸੀਂ ਕਾਲੀਆਂ ਸਿਆਹ ਕਰਕੇ ਰੱਖ ਦਿੱਤੀਆਂ। ਆਖੋ ਸਤ ਨਾ ਹੀ ਨਾ ਆਪਣੇ ਹੀ ਨਾਂ ਲਿਖੀ ਜਾਣੇ। ਜਿਹੜਾ ਬੰਦਾ ਗੁਰੂ ਘਰ ਵੀ ਆ ਕੇ ਆਪਣਾ ਹੀ ਨਾਂ ਚਾਹੁੰਦਾ, ਉਹਨੂੰ ਰੱਬ ਦਾ ਨਾਂ ਕਿਵੇਂ ਮਿਲੇਗਾ? ਨਹੀਂ। ਇੱਜ਼ਤ ਚਾਹੁੰਦਾ ਹੈ ਤੇ ਇੱਜ਼ਤ ਇੱਕ ਗੱਲ ਦੀ ਹੈ, ਉਸ ਨੂੰ ਸਮਝ। ਇਸ ਯੁਗ ਮੈਂ ਸ਼ੋਭਾ ਨਾਮ ਕੀ, ਵਿਨ ਨਾਮੈ ਸੋਭ ਨਾ ਹੋਏ। ਇਹ ਮਾਇਆ ਕੀ ਸ਼ੋਭਾ ਚਾਰ ਦਿਹਾੜੇ, ਜਾਂਦੇ ਬਿਲਮ ਨਾ ਹੋਏ। ਮਾਝ ਦੀ ਵਾਰ ਵਿੱਚ ਇੱਕ ਸਲੋਕ ਹੈ, ਮੈਂ ਆਪ ਜੀ ਦੇ ਸਾਹਮਣੇ ਰੱਖਾਂ। ਇੱਜ਼ਤ ਸਿੱਖ ਦੀ ਕੈਸੀ। ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ। ਅੱਗ ਦਾ ਪਾਲਾ ਕੀ ਵਿਗਾੜ ਸਕਦਾ? ਪਾਲਾ ਆਖੇ ਅੱਗ ਦੀ ਬੇਇੱਜ਼ਤੀ ਕਰਦੇ ਆ ਤੇ ਕੋਈ ਕਰ ਦੇਵੇਗਾ। ਸਿੱਖ ਤੇ ਅੱਗ ਵਰਗਾ। ਕਹਿੰਦੇ ਨੇ ਪਾਲਾ ਕੀ ਵਿਗਾੜ ਸਕੇਗਾ? ਸੂਰਜ ਕੇ ਹੀ ਰਾਤ। ਰਾਤ ਸੂਰਜ ਦੀ ਬੇਪਤੀ ਕਰ ਸਕਦੀ ਹੈ? ਨਹੀਂ। ਸੂਰਜ ਆਇਆ, ਰਾਤ ਨੇ ਰਹਿਣਾ ਨਹੀਂ। ਇੱਕ ਬੜੀ ਸੁੰਦਰ ਕਥਾ। ਕਹਿੰਦੇ ਨੇ ਇੱਕ ਵਾਰ ਅੰਧੇਰਾ ਭਗਵਾਨ ਕੋਲ ਚਲਾ ਗਿਆ। ਕਹਿਣ ਲੱਗਾ, ਮਹਾਰਾਜ ਇੱਕ ਫੈਸਲਾ ਮੇਰਾ ਵੀ ਕਰ ਛੱਡੋ। ਕੀ ਫੈਸਲਾ ਹੈ? ਇਹ ਸੂਰਜ ਨੂੰ ਸਮਝਾ ਛੱਡੋ, ਯੁੱਗਾਂ ਤੋਂ ਮੇਰੇ ਮਗਰ ਪਿਆ ਹੋਏ, ਇਹ ਮੇਰਾ ਪਿੱਛਾ ਨਹੀਂ ਛੱਡਦਾ। ਉਹ ਕਹਿਣ ਲੱਗੇ, ਕੀ ਕਹਿ ਰਹੇ? ਕਹਿਣ ਲੱਗਾ, ਪਿੱਛਾ ਨਹੀਂ ਛੱਡਦਾ, ਪਿੱਛਾ ਕਰ ਰਹੇ ਆ। ਭਗਵਾਨ ਨੇ ਸੂਰਜ ਨੂੰ ਸੱਦ ਲਿਆ। ਕਹਿਣ ਲੱਗੇ, ਹਨੇਰੇ ਗਰੀਬ ਨੂੰ ਕਿਉਂ ਸਤਾ ਰਹੇ ਹੈ? ਕਹਿਣ ਲੱਗਾ, ਜੀ ਮੈਂ ਤੇ ਜਾਣਦਾ ਹੀ ਨਹੀਂ, ਮੇਰੇ ਸਾਹਮਣੇ ਤੇ ਲਿਆਓ, ਹਨੇਰਾ ਹੈ ਕੌਣ ਹੈ? ਕਹਿੰਦੇ ਨੇ, ਭਗਵਾਨ ਅੱਜ ਤੱਕ ਨਹੀਂ ਲਿਆ ਸਕੇ। ਸੂਰਜ ਆ ਗਿਆ ਤੇ ਹਨੇਰਾ ਰਹੇਗਾ ਨਹੀਂ। ਚੰਦ ਹਨੇਰਾ ਕੇ ਕਰੇ, ਪਵਨ ਪਾਣੀ ਕਿਆ ਜਾਤ। ਚੰਦਰਮਾ ਦਾ ਹਨੇਰਾ ਕੀ ਵਿਗਾੜ ਸਕਦਾ? ਜਾਤ ਪਾਤ ਦਾ ਖਿਆਲ ਪੌਣ ਪਾਣੀ ਦਾ ਕੀ ਵਿਗਾੜ ਸਕਦਾ? ਧਰਤੀ ਚੀਜ਼ੀ ਕਿਆ ਕਰੇ, ਜਿਸ ਵਿੱਚ ਸਭ ਕੁਛ ਹੋਏ। ਨਾਨਕ ਤਾਂ ਪਤ ਜਾਣੀਏ, ਜਾਂ ਪਤ ਰਾਖੇ ਸੋਏ। ਕਹਿੰਦੇ ਨੇ ਇੱਜ਼ਤ ਤੇ ਤਾਂ ਰਹਿੰਦੀ ਹੈ ਪ੍ਰਮਾਤਮਾ ਇੱਜ਼ਤ ਰੱਖੇ। ਬੰਦੇ ਨੇ ਅੱਜ ਤੱਕ ਬੰਦੇ ਦਾ ਪਰਦਾ ਲਾਇਆ ਹੀ ਹੈ। ਦ੍ਰੋਪਦੀ ਦਾ ਪਰਦਾ ਕਿੰਨੇ ਲਾਇਆ? ਇਨਸਾਨ ਨੇ। ਰੱਖਿਆ ਕਿੰਨੇ? ਭਗਵਾਨ ਨੇ। ਭਗਵਾਨ ਤੇ ਪਰਦੇ ਹਮੇਸ਼ਾ ਕੱਜਦਾ, ਬੰਦਾ ਹਮੇਸ਼ਾ ਪਰਦੇ ਲਾਉਂਦਾ। ਇੱਕ ਮੰਗ ਮੰਗੀਏ, ਹੇ ਦਾਤਾ, ਉਹ ਕਿਰਪਾ ਕਰ ਸਾਡੇ ਸਿਰ ਤੇ ਐਸਾ ਹੱਥ ਰੱਖ ਕਿ ਸਾਡੀ ਇੱਜ਼ਤ ਬਚੇ, ਅਸੀਂ ਸ਼ੋਭਾ ਪਾਈਏ। ਤੇ ਸ਼ੋਭਾ ਸਿੱਖਦੀ ਹੈ ਕਿੱਥੇ? ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ। ਜਿਸ ਪਾਸ ਬੈਠਿਆ ਸੋਈਐ ਸਭਨਾ ਦਾ ਵੇਸਾ। ਸਿੱਖ ਗੁਰੂ ਕੋਲ ਬਹਿ ਗਿਆ ਤੇ ਇੱਜ਼ਤ ਰਹਿ ਗਈ, ਸ਼ੋਭਾ ਬਣ ਗਈ। ਗੁਰੂ ਕੋਲੋਂ ਪਾਸੇ ਹੋਇਆ ਤੇ ਬੇਇੱਜ਼ਤੀ ਹੋ ਗਈ। ਗੁਰੂ ਦੇ ਕੋਲ ਬਹਿਣਾ, ਗੁਰੂ ਦੀ ਚਰਨ ਸ਼ਰਨ ਵਿੱਚ ਰਹਿਣਾ। ਸ਼ੁਭ ਗੁਣ ਅੰਦਰੋਂ ਬਚ ਗਏ। ਸਿੱਖ ਦਾ ਅੰਦਰ ਦਾ ਅੰਮ੍ਰਿਤ ਬਚ ਗਿਆ, ਨਾਮ ਬਚ ਗਿਆ, ਧਰਮ ਬਚ ਗਿਆ, ਇੱਜ਼ਤ ਰਹਿ ਗਈ। ਜਿਨ੍ਹਾਂ ਦੀ ਇੱਜ਼ਤ ਉਸ ਦਾਤੇ ਨੇ ਰੱਖੀ, ਜਗਤ ਮਕਾਉਣ ਲੱਗ ਪਵੇ ਕਦੀ ਨਹੀਂ ਮੁੱਕੀ। ਤੇ ਦਾਤਾ ਇੱਜ਼ਤ ਨਾ ਰੱਖੇ, ਜਗਤ ਬਚਾਉਣ ਲੱਗ ਪਵੇ, ਇੱਜ਼ਤ ਬਚਦੀ ਕੋਈ ਨਹੀਂ। ਉਹ ਮਿਹਰ ਕਰੇ, ਕਿਰਪਾ ਕਰੇ, ਉਹਦੇ ਦਰੋਂ ਘਰੋਂ ਆ ਕੇ ਮੰਗ ਮੰਗਣੀ ਹੈ ਕਿ ਦਾਤਾ ਇੱਜ਼ਤ ਰੱਖ, ਸਾਨੂੰ ਸ਼ੁਭ ਗੁਣ ਦੇ। ਇੱਕ ਬੜੀ ਸੁੰਦਰ ਪੰਕਤੀ ਹੈ। ਜੇ ਪ੍ਰਸਾਦ ਤੇਰਾ ਓਲਾ ਰਹਿਤ,
मन सुख पावै हर हर जस कहत, शब्द आप सुन रहे सो सब तन कहो, गुरु सतगुरु गुरु सतगुरु जित मिल हर पड़दा कजिया। विचारां ने ते इस वेले मैनू इन्ना घेरा पाया कि मैं हुण केड़ी केड़ी आखां, बस इत्थे विचारां नू संकोच लवां, समा इजाजत नहीं देंदा। इस मजमून दे इन्ने ज़्यादा पहलू हो सकते ने, बेअंत विचारां इस ते दित्तियां जा सकदियां ने, पर समय का ध्यान रखना बड़ा जरूरी है। सिख पंथ दे श्रोमणी ठाडी ज्ञानी गुरचरण सिंह जी गोलवड़, उन्हां भी तुहाडे सामने विचार रखने ने, तो मैं इत्थे खिमा दा जाचक हां। वाहिगुरू कृपा करे, सानू सच्ची इज्जत बख्शे, सच्ची इज्जत वास्ते प्रेम पटोला दाते दे दर तो मंगीए। इन्ने शब्द ही प्रवान करने। भुल्लां दी खिमा गुरमत अनुसार कुछ आप जी ने सुनिया होवे, जरूर हिरदे विच धारण करना। वाहिगुरू जी का खालसा, वाहिगुरू जी की फतेह।